विचारे था परोपकारी विद्या विचारे था परोपकारी। ਸਾਡੇ ਮਾਣਯੋਗ ਪ੍ਰਧਾਨ ਜੀ ਨੂੰ ਮੈਡਮ ਡਾਕਟਰ ਧਨਵੰਤ ਕੌਰ ਜੀ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਵੀ ਰਹੇ ਨੇ, ਜਿਹੜਾ ਸਾਡਾ ਪਬਲੀਕੇਸ਼ਨ ਬਿਊਰੋ ਯੂਨੀਵਰਸਿਟੀ ਦਾ ਉਹਦੇ ਵੀ ਇੰਚਾਰਜ ਰਹੇ ਨੇ, ਉਹਦੇ ਹੈਡ ਰਹੇ ਨੇ, ਔਰ ਹੋਰ ਵੀ ਬਹੁਤ ਸਾਰੇ ਅਹੁਦਿਆਂ ਤੇ ਉਹਨਾਂ ਨੇ ਕੰਮ ਕੀਤਾ ਹੈ। ਔਰ ਖਾਸ ਗੱਲ ਇਹ ਕਿ ਸਾਹਿਤਕ ਹਲਕਿਆਂ ਦੇ ਵਿੱਚ, ਆਲੋਚਨਾ ਦੇ ਹਲਕਿਆਂ ਦੇ ਵਿੱਚ ਜੋ ਜੋੜੀਆਂ ਦੇ ਵਿੱਚ ਸਭ ਤੋਂ ਵੱਡਾ ਨਾਂ ਜਿਹੜਾ ਆਉਂਦਾ ਹੈ ਉਹ ਡਾਕਟਰ ਜਸਵਿੰਦਰ ਸਿੰਘ ਤੇ ਮੈਡਮ ਡਾਕਟਰ ਧਨਵੰਤ ਕੌਰ ਹੋਰਾਂ ਦਾ ਆਉਂਦਾ। ਸੋ ਅੱਜ ਡਾਕਟਰ ਧਨਵੰਤ ਕੌਰ ਸਾਡੇ ਦਰਮਿਆਨ ਹਾਜ਼ਰ ਨੇ। ਉਹਨਾਂ ਨੇ ਲੰਬਾ ਸਮਾਂ ਤੁਹਾਨੂੰ ਸਭ ਨੂੰ ਸੁਣਿਆ, ਉਹ ਆਪਣੇ ਪ੍ਰਧਾਨਗੀ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ। ਮੈਂ ਗੁਜ਼ਾਰਿਸ਼ ਕਰਾਂਗਾ ਡਾਕਟਰ ਧਨਵੰਤ ਕੌਰ ਹੋਰਾਂ ਨੂੰ ਕਿ ਉਹ ਤੁਹਾਡੇ ਸਾਹਮਣੇ ਆਪਣੇ ਵਿਚਾਰ ਜਿਹੜੇ ਆ ਉਹ ਪੇਸ਼ ਕਰਨ। ਡਾਕਟਰ ਧਨਵੰਤ ਕੌਰ। ਸ਼ੁਕਰੀਆ ਡਾਕਟਰ ਪਰਮਿੰਦਰ, ਬਹੁਤ ਸੋਹਣੇ ਸ਼ਬਦ ਤੁਸੀਂ ਮੇਰੇ ਲਈ ਇਸਤੇਮਾਲ ਕੀਤੇ, ਉਹਨਾਂ ਲਈ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ। ਅੱਜ ਦੀ ਕੌਮਾਂਤਰੀ ਵਿਚਾਰ ਗੋਸ਼ਟੀ ਦੇ ਵਿੱਚ ਜੁੜੇ ਸਾਰੇ ਆਪਣਿਆਂ ਪ੍ਰਤੀ ਮੈਂ ਆਪਣਾ ਪਿਆਰ ਤੇ ਸਤਿਕਾਰ ਅਰਪਿਤ ਕਰਨਾ ਚਾਹਾਂਗੀ। ਬਹੁਤ ਹੀ ਖੂਬਸੂਰਤ ਮੌਕਾ ਔਰ ਮੁਬਾਰਕ ਬਲਦੇਵ ਸਿੰਘ ਗਰੇਵਾਲ ਜੀ ਨੂੰ ਵੀ ਔਰ ਡਾਕਟਰ ਪਰਮਿੰਦਰ ਸਿੰਘ ਹੁਣਾਂ ਨੂੰ ਵੀ, ਜਿਨ੍ਹਾਂ ਨੇ ਇੱਕ ਇੰਨਾ ਸੰਜੀਦਾ ਸਬਬ ਬਣਾਇਆ। ਔਰ ਮੈਂ ਧੰਨਵਾਦ ਇਸ ਗੱਲ ਦਾ ਵੀ ਕਰਨਾ ਚਾਹੁੰਦੀ ਹੈਗੀ ਆ ਕਿ ਇੱਕੋ ਪਲੇਟਫਾਰਮ ਦੇ ਉੱਤੇ ਇੰਨੇ ਵਕਤਾ ਜਿਨ੍ਹਾਂ ਦੇ ਉੱਤੇ ਸਾਨੂੰ ਹੱਕੀ ਮਾਣ ਹੈ, ਜਿਨ੍ਹਾਂ ਦੇ ਉੱਤੇ ਸਾਡਾ ਭਵਿੱਖ ਮੁਨੱਸਰ ਹੈ, ਜਿਨ੍ਹਾਂ ਤੋਂ ਸਾਨੂੰ ਬਹੁਤ ਆਸਾਂ ਨੇ, ਤੁਸੀਂ ਇੱਕ ਮੰਚ ਤੇ ਇਕੱਠੇ ਕਰ ਪਾਏ, ਇਹਦੇ ਵਿੱਚ ਵੀ ਤੁਹਾਡੀ ਪ੍ਰਾਪਤੀ ਹੈ। ਇਹ ਪ੍ਰਾਪਤੀ ਬਲਦੇਵ ਸਿੰਘ ਗਰੇਵਾਲ ਹੋਣਾ ਦੀ ਪੁਸਤਕ ਦੀ ਵੀ ਹੈ, ਜਿਨ੍ਹਾਂ ਨੇ ਜਿਹੜਾ ਇਹਨਾਂ ਗੁੰਜਾਇਸ਼ ਬਣਾਉਂਦੀ ਹੈ ਕਿ ਉਹਦੇ ਬਾਰੇ ਗੱਲ ਕਰ ਸਕੀਏ, ਔਰ ਇਹ ਤੁਹਾਡੀ ਵੀ ਹੈ। ਡਾਕਟਰ ਰੰਧਾਵਾ ਦੀ ਇਸ ਦੀ ਵਿਉਂਤਬੰਦੀ ਨੂੰ ਵੀ ਮੈਂ ਮੁਬਾਰਕ ਦੇਣਾ ਚਾਹਾਂਗੀ ਕਿ ਉਹਨਾਂ ਨੇ ਬਹੁਤ ਸੋਹਣਾ ਇਸ ਪ੍ਰੋਗਰਾਮ ਨੂੰ ਉਲੀਕਿਆ। ਇਸ ਸਾਰੇ ਪ੍ਰੋਗਰਾਮ ਨੂੰ ਸੁਣਨਾ ਮੈਨੂੰ ਕਾਫੀ ਵੱਡਾ ਹਾਸਿਲ ਲੱਗਿਆ, ਕਿਉਂਕਿ ਇੱਕੋ ਹੀ ਰਚਨਾ ਦੇ ਬਾਰੇ ਜਦੋਂ ਤੁਸੀਂ ਬਹੁਤ ਸਾਰਿਆਂ ਨੂੰ ਬਹੁਤ ਸਾਰੇ ਕੋਣਾਂ ਤੋਂ ਗੱਲ ਕਰਦੇ ਸੁਣਦੇ ਹੋ ਤਾਂ ਤੁਹਾਨੂੰ ਲੱਗਦਾ ਹੈਗਾ ਕਿ ਇੱਕ ਪਾਠ ਦੀਆਂ ਕਿੰਨੀਆਂ ਪੜ੍ਹਤਾਂ ਹੋ ਸਕਦੀਆਂ ਨੇ, ਕਿੰਨੀ ਤਰ੍ਹਾਂ ਉਸ ਨੂੰ ਪੜ੍ਹਿਆ ਜਾ ਸਕਦਾ ਹੈ ਤੇ ਹਰ ਪਾਠਕ ਕਿਸੇ ਵੀ ਪਾਠ ਨੂੰ ਵੱਖਰੇ ਵੱਖਰੇ ਢੰਗ ਨਾਲ ਕਿਵੇਂ ਅਪਰੋਚ ਕਰਦਾ। ਡਾਕਟਰ ਹਰਸਿਮਰਨ ਸਿੰਘ ਰੰਧਾਵਾ, ਜਿਨ੍ਹਾਂ ਨੂੰ ਗਰੇਵਾਲ ਸਾਹਿਬ ਨੇ ਕਿਹਾ ਕਿ ਵੀ ਮੇਰੇ ਰਾਜਨੀਤਿਕ ਫਰੈਂਡ ਨੇ, ਪਰ ਅਸੀਂ ਹਮੇਸ਼ਾ ਸਮਝਦੇ ਹਾਂ ਕਿ ਉਹ ਗਰੇਵਾਲ ਸਾਹਿਬ ਦੇ ਸਿਰਫ ਸੁਹਿਰਦ ਪਾਠਕ ਹੀ ਨਹੀਂ ਜਾਂ ਇੱਕ ਕਹਿ ਲਓ ਕਿ ਪ੍ਰਸ਼ੰਸਕ ਹੀ ਨਹੀਂ ਹੈਗੇ, ਉਹਨਾਂ ਦੇ ਐਂਬੈਸਡਰ ਹੈਗੇ ਨੇ। ਸਭ ਤੋਂ ਪਹਿਲਾਂ ਜੇ ਕੋਈ ਕਿਸੇ ਨੇ ਰਿਕਮੈਂਡ ਕੀਤੀਆਂ ਉਹ ਕਹਾਣੀਆਂ ਜਾਂ ਨਾਵਲ ਤਾਂ ਉਹ ਡਾਕਟਰ ਰੰਧਾਵਾ ਸੀ, ਤੇ ਇਹੋ ਜਿਹੀ ਉਹਨਾਂ ਦੀ ਸਿਫਾਰਿਸ਼ ਸੀ ਜਿਹੜੀ ਕਿ ਜਿਸ ਨੂੰ ਵੀ ਕੀਤੀ ਗਈ ਉਸ ਨੂੰ ਪਸੰਦ ਆਈ ਤੇ ਉਹਨਾਂ ਨੇ ਸ਼ੁਕਰੀਆ ਵੀ ਅਦਾ ਕੀਤਾ। ਅੱਜ ਵੀ ਉਹਨਾਂ ਨੇ ਗਰੇਵਾਲ ਸਾਹਿਬ ਦੀਆਂ ਰਚਨਾਵਾਂ ਬਾਰੇ, ਉਹਨਾਂ ਦੇ ਸ਼ਖਸੀ ਪ੍ਰਭਾਵਾਂ ਬਾਰੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਔਰ ਉਹ ਸਾਰੀਆਂ ਗੱਲਾਂ ਵਾਜਬ ਤੌਰ ਤੇ ਸਹੀ ਸੀ। ਡਾਕਟਰ ਬੇਦੀ ਨੂੰ ਅਸੀਂ ਉਡੀਕ ਰਹੇ ਸੀ, ਉਹ ਨਹੀਂ ਆ ਸਕੇ, ਹਾਲਾਂਕਿ ਉਹਨਾਂ ਦਾ ਜਿਹੜੀ ਭੂਮਿਕਾ ਹੈਗੀ ਉਹਦੇ ਵਿੱਚ ਬਹੁਤ ਵਿਸਤਾਰ ਦੇ ਨਾਲ ਉਹਨਾਂ ਨੇ ਆਪਣੀਆਂ ਗੱਲਾਂ ਕੀਤੀਆਂ ਨੇ ਤੇ ਉਹ ਇਸ ਪੁਸਤਕ ਨੂੰ ਪੜ੍ਹਨ ਦੇ ਲਈ ਪਾਠਕ ਨੂੰ ਪ੍ਰੇਰਦੀਆਂ ਨੇ, ਉਸ ਦੇ ਅੰਦਰ ਵਾੜਦੀਆਂ ਨੇ, ਉਸ ਦੀ ਸਮਝ ਬਣਾਉਂਦੀਆਂ ਨੇ। ਪਰ ਮੈਂ ਸਮਝਦੀ ਹਾਂ ਕਿ ਡਾਕਟਰ ਗੁਰਮੁਖ ਨੇ ਵੀ ਅੱਜ ਦੇ ਕੀਨੋਟ ਐਡਰੈਸ ਦੇ ਵਿੱਚ ਇਸ ਥਾਂ ਨੂੰ ਬਾਖੂਬੀ ਭਰਿਆ। ਸਾਡਾ ਇੱਕ ਪ੍ਰੋਮਿਸਿੰਗ ਸਕਾਲਰ ਹੈ ਡਾਕਟਰ ਗੁਰਮੁਖ, ਜਿਹਦੇ ਉੱਤੇ ਸਾਨੂੰ ਅਸੀਂ ਬਹੁਤ ਮਾਣ ਵੀ ਕਰਦੇ ਹਾਂ, ਜਿਸ ਤੋਂ ਸਾਨੂੰ ਬਹੁਤ ਆਸਾਂ ਵੀ ਨੇ। ਪਰ ਅੱਜ ਜਿਸ ਖੂਬਸੂਰਤੀ ਦੇ ਨਾਲ ਔਰ ਜਿਸ ਪਰਸਪੈਕਟਿਵ ਦੇ ਨਾਲ ਉਹਨਾਂ ਨੇ ਗੱਲ ਸ਼ੁਰੂ ਕੀਤੀ ਉਹ ਬਹੁਤ ਵੱਡਾ ਸੀ। ਕਈ ਵਾਰੀ ਅਸੀਂ ਵੱਡੇ ਵੱਡੇ ਸੈਮੀਨਾਰਾਂ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ, ਦ ਆਰਟ ਆਫ ਰੀਡਿੰਗ, ਦ ਫਿਲਾਸਫੀ ਆਫ ਰੀਡਿੰਗ ਤੋਂ ਗੱਲ ਸ਼ੁਰੂ ਕਰਨੀ ਔਰ ਬਹੁਤ ਖੂਬਸੂਰਤ ਤੇ ਬਹੁਤ ਸਟੀਕ ਗੱਲਾਂ ਦੇ ਨਾਲ ਦੱਸਣਾ ਕਿ ਪਾਠ ਨੂੰ ਅਪਰੋਚ ਕਿਵੇਂ ਕੀਤਾ ਜਾਂਦਾ ਹੈ ਤੇ ਪਾਠ ਨੂੰ ਅਪਰੋਚ ਕਰਨ ਲਈ ਆਪਣੇ ਆਪ ਨੂੰ ਖਾਮੋਸ਼ ਕਰਨਾ ਕਿੰਨਾ ਜ਼ਰੂਰੀ ਹੁੰਦਾ ਹੈ ਤੇ ਕਿਵੇਂ ਜ਼ਰੂਰੀ ਹੁੰਦਾ, ਕਿਵੇਂ ਕੀਤਾ ਜਾ ਸਕਦਾ ਹੈ, ਜਿਹੜਾ ਕਿ ਬਹੁਤ ਔਖਾ ਹੈ। ਸਾਡੀਆਂ ਪਹਿਲਾਂ ਹੀ ਰਾਵਾਂ ਤੇ ਪ੍ਰਭਾਵ ਬਣੇ ਹੁੰਦੇ ਨੇ, ਅਸੀਂ ਉਹਦੇ ਨਾਲ ਹੀ ਕਿਸੇ ਪਾਠ ਨੂੰ ਪੜ੍ਹਦੇ ਤੇ ਆਪਣੇ ਸਿੱਟਿਆਂ ਤੇ ਪਹੁੰਚ ਜਾਂਦੇ ਹਾਂ। ਇਸੇ ਕਰਕੇ ਅਸੀਂ ਕਹਾਣੀ ਦੇ ਜਾਂ ਕਿਸੇ ਵੀ ਕਿਰਤ ਦੇ ਸੋਹਜ ਨੂੰ ਮੰਨਣ ਦੀ ਥਾਂ ਦੇ ਉੱਤੇ ਆਪਣੀਆਂ ਧਾਰਨਾਵਾਂ ਉਹਨਾਂ ਤੇ ਲਾਗੂ ਕਰਨ ਬੈਠ ਜਾਂਦੇ ਹਾਂ। ਡਾਕਟਰ ਗੁਰਮੁਖ ਨੇ ਗੱਲਾਂ ਜਿਹੜੀਆਂ ਕੀਤੀਆਂ ਮੈਂ ਸਾਰੀਆਂ ਦੁਹਰਾਵਾਂਗੀ ਨਹੀਂ, ਪਰ ਫਿਰ ਵੀ ਗਰੇਵਾਲ ਸਾਹਿਬ ਦੀ ਕਹਾਣੀ ਦਾ ਖਾਸਾ ਕੀ ਹੈ, ਗਰੇਵਾਲ ਸਾਹਿਬ ਦੀ ਪ੍ਰਤੱਖਣ ਦੀ ਮਨੋਭੂਮੀ ਕੀ ਹੈ, ਇਹਨਾਂ ਕਹਾਣੀਆਂ ਦੀ ਤਾਕਤ ਕੀ ਹੈ,
ਇਹਨਾਂ ਦੀ ਸਮਕਾਲ ਦੇ ਵਿੱਚ ਜਾਂ ਸਮਕਾਲ ਦੇ ਸਾਹਿਤ ਦੇ ਵਿੱਚ ਜਾਂ ਸਮਕਾਲ ਦੇ ਜੀਵਨ ਦੇ ਵਿੱਚ ਕੀ ਪ੍ਰਸੰਗਿਕਤਾ ਬਣ ਸਕਦੀ ਹੈ। ਬਹੁਤ ਖੂਬਸੂਰਤ ਗੱਲਾਂ ਸੀ। ਮੈਨੂੰ ਪਤਾ ਹੈਗਾ ਕਿ ਇਹ ਖਤਮ ਕਰਨਾ, ਇਸ ਕਰਕੇ ਮੈਂ ਉਹਨੂੰ ਦੁਹਰਾਉਣਾ ਚਾਹੁੰਦੀ ਹੋਈ ਵੀ ਦੁਹਰਾ ਨਹੀਂ ਪਾ ਰਹੀ, ਪਰ ਇਹ ਕਹਿਣਾ ਕਿ ਅੱਜ ਦਾ ਜ਼ਮਾਨਾ ਜਦੋਂ ਚੁੱਪ ਰਹਿਣਾ ਮੁਸ਼ਕਿਲ ਹੋ ਗਿਆ, ਉਦੋਂ ਇਹ ਸਾਨੂੰ ਕਹਾਣੀਆਂ ਇਹ ਖਾਮੋਸ਼ ਰਹਿ ਕੇ ਵੀ ਆਪਣੀ ਤਾਕਤ ਦਾ ਇਜ਼ਹਾਰ ਕਰਨ ਦਾ ਵੱਲ ਸਿਖਾਉਂਦੀਆਂ ਨੇ, ਜਾਚ ਸਿਖਾਉਂਦੀਆਂ ਨੇ, ਔਰ ਇਹ ਸਾਨੂੰ ਕਰਨਾ ਅਚੰਭਤ ਨਹੀਂ ਕਰਦੀਆਂ, ਸਾਨੂੰ ਸੋਚਣ ਲਾਉਂਦੀਆਂ। ਇਹ ਬਹੁਤ ਵੱਡੀ ਗੱਲ ਸੀ ਜਿਹੜੀ ਕਿ ਕਿੰਨਾ ਮਤਲਬ ਇਹਨਾਂ ਕਹਾਣੀਆਂ ਦੇ ਹਵਾਲੇ ਦੇ ਨਾਲ ਅਸੀਂ ਇੱਕ ਸਾਡੇ ਕੋਲ ਪਰਸਪੈਕਟਿਵ ਬਣਿਆ। ਡਾਕਟਰ ਰਵੀ ਰਵਿੰਦਰ ਇਹ ਸਾਡੇ ਸਮਕਾਲ ਦਾ ਉਹ ਮਾਨਯੋਗ ਨੌਜਵਾਨ ਹੈ ਜਿਹਦੇ ਉੱਤੇ ਸਾਨੂੰ ਜਿਹੜੇ ਗਿਣਤੀ ਦੇ ਅਸੀਂ ਜਿਹਨਾਂ ਨੂੰ ਉਂਗਲਾਂ ਦੀਆਂ ਕਹਿੰਦੇ ਗਿਣਦੇ ਹੈਗੇ ਆ, ਉਹ ਇਹ ਸਾਰੇ ਸਕਾਲਰ ਉਹਨਾਂ ਵਿੱਚੋਂ ਹੈਗੇ ਨੇ। ਡਾਕਟਰ ਰਵਿੰਦਰ ਜਦੋਂ ਗੱਲ ਕਰ ਰਹੇ ਸੀਗੇ ਕਿ ਸਾਹਿਤ ਦੀ ਪ੍ਰਕਿਰਤੀ ਕੀ ਹੈ, ਸਾਹਿਤ ਦੀ ਸੰਭਵਤਾ ਕੀ ਹੈ ਤੇ ਸਾਹਿਤ ਦੀ ਸੰਭਾਵਨਾ ਕੀ ਹੈ। ਜਦੋਂ ਕੋਈ ਕ੍ਰਿਟਿਕ ਜਿਹੜਾ ਹੈਗਾ ਉਹ ਐਡੇ ਵੱਡੇ ਪਰਸਪੈਕਟਿਵ ਦੇ ਨਾਲ ਕਿਸੇ ਪਾਠ ਨੂੰ ਅਪਰੋਚ ਕਰਦਾ ਹੈਗਾ ਤਾਂ ਉਹ ਪਾਠ ਤੋਂ ਤਵੱਕੁਮ ਕੀ ਰੱਖਦਾ ਹੈ, ਇਸ ਗੱਲ ਦਾ ਬਹੁਤ ਇੱਕ ਕਹਿ ਲਓ ਕਿ ਕਹਿੰਦਾ ਮਤਲਬ ਸਾਨੂੰ ਸੋਚੀਆਂ ਨੇ ਇਹ ਕਹਿੰਦਾ ਸੁਣਨ ਵਾਲਿਆਂ ਲਈ, ਜਾਣਨ ਵਾਲਿਆਂ ਦੇ ਲਈ ਕਿ ਕਿਸ ਤਰ੍ਹਾਂ ਅਸੀਂ ਕਿਸੇ ਪਾਠ ਨੂੰ ਖੋਲ ਕੇ ਉਹਦੀ ਸਮਰੱਥਾ ਤੱਕ, ਉਹਦੇ ਪੋਟੈਂਸ਼ੀਅਲ ਤੱਕ ਪਹੁੰਚ ਸਕਦੇ ਹਾਂ। ਕਿਉਂਕਿ ਕਵਿਤਾ ਦਾ ਇੱਕ ਸਥਾਈ ਪਾਠ ਹੁੰਦਾ ਹੈ, ਇੱਕ ਉਹਦੀ ਡੂੰਘ ਸੰਰਚਨਾ ਹੁੰਦੀ ਹੈ। ਉਸ ਸੰਰਚਨਾ ਤੱਕ ਪਹੁੰਚਣ ਲਈ ਉਸਦੀ ਜਿਹੜੀ ਕਹਿੰਦਾ ਹੈਗੀ ਹੈ ਕਹਿ ਲਓ ਕਿ ਉਹਦੇ ਪੋਟੈਂਸ਼ੀਅਲ ਤੱਕ ਪਹੁੰਚਣ ਦੇ ਲਈ ਸਾਨੂੰ ਕਿਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਦੇ ਅਹਿਸਾਸਾਂ ਤੱਕ ਰਸਾਈ ਕਰਨੀ ਪੈਂਦੀ ਹੈ, ਇਸ ਬਾਰੇ ਉਹਨਾਂ ਨੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ। ਡਾਕਟਰ ਤੇਜਿੰਦਰ ਕੌਰ ਬਹੁਤ ਵੱਡਾ ਨਾਂ ਹੈ ਲੋਕ ਮਨ ਨੂੰ ਸਮਝਣ ਦੇ ਵਿੱਚ, ਔਰ ਜਦੋਂ ਕਹਿ ਰਹੇ ਸੀਗੇ ਕਿ ਇਹਨਾਂ ਕਹਾਣੀਆਂ ਵਿੱਚ ਲੋਕ ਕਹਾਣੀ ਵਰਗੀ ਜਿਹੜੀ ਸਰਲਤਾ, ਸਹਿਜਤਾ, ਰੌਚਕਤਾ, ਉਤਸੁਕਤਾ ਹੈਗੀ ਹੈ, ਤਾਂ ਉਹ ਗੱਲ ਠੀਕ ਕਰ ਰਹੇ ਸੀਗੇ ਕਿਉਂਕਿ ਇਹ ਕਹਾਣੀਆਂ ਜਿਹੜੀਆਂ ਹੈਗੀਆਂ ਨੇ ਉੱਥੇ ਤੱਕ ਪਹੁੰਚਦੀਆਂ ਨੇ ਔਰ ਨਾਰੀ ਮਨ ਨੂੰ ਖਾਸ ਕਰਕੇ ਬਹੁਤ ਬਰੀਕੀ ਨਾਲ ਸਮਝਦੀਆਂ ਨੇ। ਡਾਕਟਰ ਰਵਿੰਦਰ ਦਿੱਲੀ ਵਾਲਿਆਂ ਨੇ ਪ੍ਰਵਾਸੀ ਦੀਆਂ ਜਿਹੜੀਆਂ ਯਾਦਾਂ ਨੇ, ਸਿਮਰਤੀਆਂ ਨੇ, ਉਹ ਉਹਨਾਂ ਦਾ ਸ਼ਾਸਤਰ ਉਸਾਰਨ ਵੱਲ ਗੱਲ ਕੀਤੀ ਜਿਹੜੀ ਕਿ ਵੱਡੀ ਗੱਲ ਸੀ। ਮੈਨੂੰ ਲੱਗਦਾ ਹੈ ਕਿ ਮੈਂ ਸਮੇਂ ਦੀ ਘਾਟ ਕਰਕੇ ਇੱਕ ਸ਼ਬਦ ਵਿੱਚ, ਇੱਕ ਵਾਕ ਵਿੱਚ ਸਭ ਕੁਝ ਸਮੇਟਣਾ ਚਾਹਾਂਗੀ। ਡਾਕਟਰ ਪ੍ਰਵੀਨ ਬਹੁਤ ਹੀ ਵੱਡਾ ਸਿਧਾਂਤਕ ਔਰ ਇਤਿਹਾਸਕ ਯਥਾਰਥ ਸਾਡੇ ਸਾਹਮਣੇ ਉਹਨਾਂ ਨੇ ਪੇਸ਼ ਕਰਕੇ ਇਹ ਵੀ ਦੱਸਿਆ ਕਿ ਮਨੁੱਖ ਦੀਆਂ ਜਿਹੜੀਆਂ ਫਿਤਰਤੀ ਸਾਂਝਾਂ ਨੇ, ਜਿਹੜੀਆਂ ਸਾਡੀਆਂ ਸੱਭਿਆਚਾਰਕ ਸਿਉਣਾਂ ਨੇ, ਉਹਨਾਂ ਨੂੰ ਕਿਵੇਂ ਡੀਕੋਡ ਕੀਤਾ ਜਾਵੇ ਤੇ ਉਹਨਾਂ ਦੇ ਰਾਹੀਂ ਕਿਵੇਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀਆਂ ਰਚਨਾਵਾਂ ਦੇ ਅਰਥ ਬਣਾਏ ਜਾਣ। ਇਹ ਕਾਫੀ ਅੱਛੀ ਤੇ ਕਾਫੀ ਡੂੰਘੀ ਅਪਰੋਚ ਸੀ। ਡਾਕਟਰ ਕੁਲਦੀਪ ਨੇ ਕਹਾਣੀ ਵਿੱਚ ਚੁੱਪ ਦੀ ਗੱਲ ਜਿਹੜੀ ਹੈਗੀ ਆ, ਇਸ ਚੁੱਪ ਨੂੰ ਸਾਰਿਆਂ ਨੇ ਅੱਡੋ ਅੱਡ ਢੰਗ ਨਾਲ ਬਹੁਤ ਖੂਬਸੂਰਤੀ ਦੇ ਨਾਲ ਡੀਕੋਡ ਕੀਤਾ। ਜਦੋਂ ਡਾਕਟਰ ਦਵਿੰਦਰ ਗੱਲ ਕਰ ਰਹੇ ਸੀ ਤਾਂ ਉਹ ਬੜੇ ਟੈਕਸਚੁਅਲ ਐਨਾਲਿਸਿਸ ਦੇ ਨਾਲ ਸੱਭਿਆਚਾਰਕ ਪਾਠਾਂ ਦੇ ਵਿੱਚ ਕਿਵੇਂ ਕਰਨਾ ਮਤਲਬ ਵੜਿਆ ਜਾਵੇ, ਜਾਂ ਡਾਕਟਰ ਸਿਮਰਜੀਤ ਗੱਲ ਕਰ ਰਹੀ ਸੀ ਤਾਂ ਉਹ ਦੱਸ ਰਹੀ ਸੀ ਕਿ ਨਾਰੀ ਪੇਸ਼ਕਾਰੀਆਂ ਦੀ ਨਾਰੀ ਪੜ੍ਹਤ ਤੁਹਾਨੂੰ ਕਿਹੜੇ ਪਾਸੇ ਲਿਜਾਂਦੀ ਹੈ। ਔਰ ਡਾਕਟਰ ਕਿਰਨ ਗਰਗ ਜਦੋਂ ਗੱਲ ਕਰਦੀ ਸੀ ਤਾਂ ਉਹ ਅਹਿਸਾਸਾਂ ਦੀ ਕਹਾਣੀ ਜਿਹੜੀ ਹੈਗੀ ਉਹ ਕਿਵੇਂ ਬਣਦੀ ਹੈਗੀ ਹੈ, ਇਸ ਬਾਰੇ ਗੱਲ ਕਰ ਰਹੀ ਸੀ। ਟੀਪੂ ਸੁਲਤਾਨ ਮਖਦੂਮ ਉਸ ਦਿਨ ਵੀ ਬਹੁਤ ਸੋਹਣਾ ਬੋਲ ਰਹੇ ਸੀ, ਪਰ ਅੱਜ ਜਦੋਂ ਮੂਰਖਤਾ ਕਹਾਣੀ ਦੇ ਹਵਾਲੇ ਨਾਲ, ਕਰਜ਼ ਕਹਾਣੀ ਦੇ ਹਵਾਲੇ ਦੇ ਨਾਲ ਗੱਲਾਂ ਕਰ ਰਹੇ ਸੀ ਤਾਂ ਉਦੋਂ ਗਰੇਵਾਲ ਸਾਹਿਬ ਨੂੰ ਅਹਿਸਾਸ ਹੋਇਆ ਹੋਵੇਗਾ ਕਿ ਉਹਨਾਂ ਦੀ ਕਹਾਣੀ ਲੋਕਾਂ ਦੇ ਨੇੜੇ ਮਨ ਤੱਕ ਕਿਵੇਂ ਪਹੁੰਚਦੀ ਹੈ। ਅੱਜ ਦੇ ਵਿਸ਼ੇਸ਼ ਮਹਿਮਾਨ ਡਾਕਟਰ ਇੰਦਰਪ੍ਰੀਤ ਸੰਧੂ ਹੁਣਾਂ ਨੇ ਇਸ ਗੱਲ ਦੇ ਉੱਤੇ ਗਵਾਹੀ ਪਾਈ ਕਿ ਸਾਹਿਤ ਤੇ ਮਨੋਵਿਗਿਆਨ ਦਾ ਰਿਸ਼ਤਾ ਬਹੁਤ ਨੇੜੇ ਹੈ ਤੇ ਦੋਵੇਂ ਜਿਹੜੇ ਹੈਗੇ ਨੇ ਇੱਕ ਦੂਜੇ ਨੂੰ ਇੱਕ ਦੂਜੇ ਦੇ ਪੂਰਕ ਹੀ ਹੈਗੇ ਨੇ ਬਹੁਤ। ਔਰ ਇਹੀ ਗੱਲ ਸੀਗੀ ਕਿ ਉਹ ਚੰਗੀ ਕਹਾਣੀ ਨੂੰ ਪਰਿਭਾਸ਼ਿਤ ਕਰ ਗਏ ਬਹੁਤ ਸੌਖੇ ਢੰਗ ਨਾਲ। ਚੰਗੀ ਕਹਾਣੀ ਨੂੰ ਪਰਿਭਾਸ਼ਿਤ ਕਰਦੇ ਹਾਂ, ਕਹਿੰਦੇ ਕਿ ਜਿਹੜੀ ਕਹਾਣੀ ਤੁਹਾਡੇ ਅੰਦਰ ਅਹਿਸਾਸ ਜਿਉਂਦੇ ਰੱਖਣ ਦੀ ਸਮਰੱਥਾ ਰੱਖਦੀ ਹੈ ਉਹੀ ਚੰਗੀ ਕਹਾਣੀ ਹੈ। ਤੇ ਜਦੋਂ ਮਤਲਬ ਇੱਕ ਮੈਂ ਦੇਖ ਰਹੀ ਸੀਗੀ ਕਿ ਕਿੰਨਾ ਉਹਨਾਂ ਨੇ ਉਹਦੇ ਨਾਲ ਪੜ੍ਹਿਆ ਕਿ ਕਹਾਣੀ ਦਾ ਇੱਕ ਵਾਕ ਜਿਹੜਾ ਹੈਗਾ ਉਹ ਉਹਨਾਂ ਨੂੰ ਰੋਕ ਲੈਂਦਾ ਹੈਗਾ ਤੇ ਉਹਦੇ ਉੱਤੇ ਉਹ ਧਾਰਨਾਵਾਂ ਬਣਾਉਣ ਲਈ ਵੀ ਗੁੰਜਾਇਸ਼ ਬਣਾਉਂਦਾ ਹੈਗਾ। ਇਹ ਇਸ ਕਹਾਣੀ ਦੀ ਸਮਰੱਥਾ ਵੀ ਹੈ ਤੇ ਕਹਾਣੀ ਦੇ ਪਾਠਕ ਦਾ ਜਿਹੜਾ ਹੈਗਾ ਕਹਿ ਲਓ ਕਿ ਕਹਾਣੀ ਦੇ ਵਿੱਚ ਵੜਨ ਦੀ ਸਮਰੱਥਾ ਹੈਗੀ ਹੈ। ਇਹ ਦੋਨਾਂ ਦਾ ਆਪਣੇ ਆਪ ਦੇ ਵਿੱਚ ਪਰਮਾਣ ਹੈ। ਗਰੇਵਾਲ ਸਾਹਿਬ ਨੇ ਬਹੁਤ ਠੀਕ ਕਿਹਾ ਕਿ ਉਹਨਾਂ ਨੇ ਆਪਣੀ ਸ਼ੈਲੀ ਦੇ ਕੁਝ ਰਾਜ਼ ਆਪਣੇ ਨਾਲ ਸਾਂਝੇ ਕੀਤੇ।
ਜਿਹੜੇ ਰਾਜ ਅਸੀਂ ਕਿੰਨਾ ਮਤਲਬ ਉਹਨਾਂ ਦੀ ਕਹਾਣੀ ਨੂੰ ਪੜ੍ਹ ਕੇ ਜਾਣਨ ਤੱਕ ਤਾਂ ਪਹੁੰਚ ਜਾਂਦੇ ਹਾਂ, ਪਰ ਉਹ ਕਿਉਂ ਨੇ, ਉਹ ਉਹਨਾਂ ਨੇ ਕਿਹਾ ਕਿ ਵੀ ਮੈਂ ਪਾਠਕ ਨੂੰ ਸਾਹਮਣੇ ਰੱਖ ਕੇ ਕਹਾਣੀ ਲਿਖਦਾ। ਇਸੇ ਕਰਕੇ ਉਹਨਾਂ ਦੀ ਕਹਾਣੀ ਦੇ ਵਿੱਚ ਕੋਈ ਵੀ ਸ਼ਬਦ ਵਾਧੂ ਨਹੀਂ ਹੁੰਦਾ, ਤੇ ਉਹ ਇਹ ਹਮੇਸ਼ਾ ਧਿਆਨ 'ਚ ਰੱਖਦੇ ਹੈਗੇ ਨੇ ਕਿ ਕੋਈ ਜਿਹੜਾ ਪਾਠਕ ਹੈਗਾ ਉਹ ਕਿਸੇ ਲਫ਼ਜ਼ ਕਰਕੇ ਜਿਹੜੀ ਰਚਨਾ ਹੈਗੀ ਆ ਉਹਦੇ 'ਚ ਅਟਕੇਗਾ ਤਾਂ ਨਹੀਂ। ਜਦੋਂ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੀਆਂ ਕਹਾਣੀਆਂ ਸਾਨੂੰ ਪਸੰਦ ਆਉਂਦੀਆਂ ਨੇ, ਸਾਨੂੰ ਪ੍ਰਭਾਵਿਤ ਕਰਦੀਆਂ ਨੇ, ਤੇ ਕਹਾਣੀ ਪੜ੍ਹੀ ਹੀ ਕਿਉਂ ਜਾਵੇ, ਇਹ ਮੁੱਢ ਤੋਂ ਹੀ ਇਸ ਗੱਲ ਦੇ ਦੋ ਮਨ ਵਿੱਚ ਚੱਲਦੇ ਰਹੇ ਨੇ, ਜਾਂ ਇਹਦੇ ਦੋ ਜਵਾਬ ਆਲੋਚਕਾਂ ਨੇ ਦਿੱਤੇ ਨੇ ਕਿ ਇੱਕ ਤਾਂ ਕਹਾਣੀ ਜਿਹੜੀ ਸੀਗੀ ਹਮੇਸ਼ਾ ਹੀ ਜਿਹੜਾ ਪਾਠਕ ਹੈ ਜਾਂ ਕਹਿ ਲਓ ਕਿ ਸੁਣਨ ਵਾਲਾ ਹੈ ਉਹ ਖੁਸ਼ੀ ਲਈ, ਆਨੰਦ ਲਈ ਪੜ੍ਹਦਾ ਹੈ, ਪਰ ਨਾਲ ਦੀ ਨਾਲ ਪਾਠਕ ਦੀ ਤਵੱਕੋ ਇਹ ਵੀ ਹੁੰਦੀ ਹੈਗੀ ਹੈ ਕਿ ਕਹਾਣੀ ਉਸ ਦੀ ਸੰਵੇਦਨਸ਼ੀਲਤਾ ਨੂੰ ਤਿੱਖਿਆ ਕਰੇ, ਉਹਦੀ ਸਮਝਦਾਰੀ ਵਿੱਚ ਵਾਧਾ ਕਰੇ। ਜਿਵੇਂ ਡਾਕਟਰ ਗੁਰਮੁਖ ਨੇ ਇਹ ਗੱਲ ਕੀਤੀ ਸੀ ਕਿ ਉਹ ਸਾਨੂੰ ਪ੍ਰਮਾਣਿਕ ਅੰਤਰਦ੍ਰਿਸ਼ਟੀਆਂ ਵੀ ਦੇਵੇ। ਔਰ ਕਹਾਣੀ ਉਦੋਂ ਹੀ ਬਣਦੀ ਹੈ ਜਾਂ ਸਾਨੂੰ ਉਦੋਂ ਹੀ ਪਸੰਦ ਆਉਂਦੀ ਹੈ, ਉਦੋਂ ਹੀ ਪ੍ਰਭਾਵਿਤ ਕਰਦੀ ਹੈ ਜਦੋਂ ਉਹ ਸਾਡੇ ਜ਼ਿੰਦਗੀ ਦਾ, ਸਾਡੇ ਵਿਹਾਰ ਦਾ ਕੋਈ ਪੱਖ ਰੁਸ਼ਨਾਉਂਦੀ ਹੈ, ਸਾਡੇ ਹੋਣ ਥੀਣ ਦੀ ਕੋਈ ਝਲਕ ਦਿਖਾਉਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਕਿ ਕਹਾਣੀ ਇਨਵੈਂਸ਼ਨ ਨਹੀਂ ਹੁੰਦੀ, ਕਹਾਣੀ ਡਿਸਕਵਰੀ ਹੁੰਦੀ ਹੈ। ਕਹਾਣੀ ਪਛਾਤੇ ਹੋਏ ਦੇ ਬਹੁਤ ਕੁਝ ਜੋ ਅਣਪਛਾਤਾ ਹੁੰਦਾ, ਜੋ ਪਿੱਛੇ ਪਿਆ ਹੁੰਦਾ, ਜੋ ਉਹਨਾਂ ਪ੍ਰਤੀ ਸਾਡਾ ਭਰਮ ਨਿਵਰਤ ਕਰਦਾ ਹੈ, ਔਰ ਇਸ ਜ਼ਿੰਦਗੀ ਨੂੰ ਇੱਕ ਇਹੋ ਜਿਹੀ ਤਰਤੀਬ ਦਿੰਦੀ ਹੈ ਕਹਾਣੀ ਜਿਹੜੀ ਸਾਨੂੰ ਵੇਖਣ, ਸਮਝਣ, ਮਹਿਸੂਸਣ ਦੇ ਯੋਗ ਬਣਾਉਂਦੀ ਹੈ। ਜਦੋਂ ਅਸੀਂ ਕਹਿੰਦੇ ਹੈਗੇ ਆ ਕਿ ਗਰੇਵਾਲ ਸਾਹਿਬ ਦੀ ਕਹਾਣੀ ਸਾਨੂੰ ਪਸੰਦ ਆਉਂਦੀ ਹੈ, ਤਾਂ ਉਹ ਇਹੀ ਹੈਗਾ ਕਿ ਉਹ ਸਾਡੇ ਜਿਹੜੀ ਜਜ਼ਬੇ ਦੀ ਸ਼ਿੱਦਤ ਹੈ, ਮਨ ਦੇ ਅਹਿਸਾਸ ਜਿਹੜੇ ਹੈਗੇ ਨੇ ਉਹ ਉਸ ਕਹਾਣੀ ਵਿੱਚੋਂ ਲੱਭਦੇ ਨੇ। ਇਸੇ ਕਰਕੇ ਅਸੀਂ ਉਹਨਾਂ ਨੂੰ ਦੀ ਕਹਾਣੀ ਨੂੰ ਮੰਨਦੇ ਹਾਂ। ਗਰੇਵਾਲ ਸਾਹਿਬ ਦੀ ਕਹਾਣੀ ਸਾਡੀ ਬੌਧਿਕਤਾ ਨੂੰ ਨਹੀਂ, ਸਾਡੇ ਇਮੋਸ਼ਨਸ ਨੂੰ, ਸੈਂਸਸ ਨੂੰ, ਸਾਡੀ ਕਲਪਨਾ ਨੂੰ ਅਪਰੋਚ ਕਰਦੀ ਹੈ, ਸਾਡੇ ਉੱਤੇ ਇਮੋਸ਼ਨਲ ਇਫੈਕਟ ਬਣਾਉਂਦੀ ਹੈ। ਜੇ ਅਸੀਂ ਇਹ ਗੱਲ ਕਰਨੀ ਹੋਵੇ ਕਿ ਉਹਨਾਂ ਦੀ ਕਹਾਣੀ ਸਿੱਖਿਆ ਕੀ ਦਿੰਦੀ ਹੈ, ਮੈਨੂੰ ਲੱਗਦਾ ਹੈ ਕਿ ਗਰੇਵਾਲ ਸਾਹਿਬ ਦੀ ਕਹਾਣੀ ਤੋਂ ਇਹ ਤੋਕੋ ਰੱਖਣੀ ਗਲਤ ਹੋਏਗੀ। ਔਰ ਈਵਨ ਜੇ ਇਹ ਵੀ ਕਹਿਣਾ ਹੋਵੇ ਕਿ ਉਹਨਾਂ ਦੀ ਕਹਾਣੀਆਂ ਦੀ ਥੀਮ ਕੀ ਹੈ, ਤਾਂ ਉਸ ਨੂੰ ਵੀ ਜੇ 1 2 3 ਵਾਕਾਂ ਦੇ ਵਿੱਚ ਬੰਨੇ ਬਿਨਾਂ ਤੁਸੀਂ ਦੱਸ ਨਹੀਂ ਸਕੋਗੇ ਕਿ ਕਿਸੇ ਕਹਾਣੀ ਦਾ ਥੀਮ ਕੀ ਹੈ, ਕਿਉਂਕਿ ਇਹ ਕਹਾਣੀ ਕਮੈਂਟ ਨਹੀਂ ਕਰ ਰਹੀ, ਇਹ ਕਹਾਣੀ ਰਿਵੀਲ ਕਰ ਰਹੀ ਹੈ। ਔਰ ਜਦੋਂ ਤੁਸੀਂ ਇਮੋਸ਼ਨਲ ਇਫੈਕਟ ਬਣਾਉਣਾ ਹੁੰਦਾ ਹੈ ਤਾਂ ਤੁਹਾਨੂੰ ਐਕਸਪਲੇਨ ਕਰਨ ਤੋਂ ਗੁਰੇਜ਼ ਕਰਨਾ ਹੀ ਪੈਂਦਾ। ਗਰੇਵਾਲ ਸਾਹਿਬ ਦੀਆਂ ਕਹਾਣੀਆਂ ਨੇ ਜਾਂ ਉਹਨਾਂ ਨੇ ਆਪਣੀਆਂ ਕਹਾਣੀਆਂ ਨੂੰ ਜਿਹੜਾ ਯੂਨੀਫਾਈਂਗ ਕਨਸੈਪਟ ਦਿੱਤਾ, ਜਿਹੜਾ ਆਪਣੀ ਕਿਤਾਬ ਨੂੰ ਸਿਰਲੇਖ ਦਿੱਤਾ, ਉਸ ਸੀ ਸੀਤੇ ਬੁੱਲਾਂ ਦਾ ਸੁਨੇਹਾ। ਇਸ ਬਾਰੇ ਬਹੁਤ ਗੱਲ ਹੋ ਚੁੱਕੀ ਹੈ। ਸੀਤੇ ਬੁੱਲ ਦਾ ਮਤਲਬ ਇਹ ਹੈਗਾ ਕਿ ਜਿਹੜੇ ਬੁੱਲ ਸੀਤੇ ਹੋਏ ਨੇ ਕਿਸੇ ਵੀ ਕਾਰਨ ਕਰਕੇ, ਅੱਜ ਦੀਆਂ ਸਟੱਡੀਜ਼ ਦੇ ਵਿੱਚ ਸਬਾਲਟਨ ਸਟੱਡੀਜ਼ ਜਿਹੜੀਆਂ ਹੈਗੀਆਂ ਨੇ ਉਹ ਇਹਨਾਂ ਗੱਲਾਂ ਤੇ ਹੀ ਹੈਗੇ ਨੇ, ਉਹਨਾਂ ਬਾਰੇ ਨੇ ਜਿਨ੍ਹਾਂ ਨੂੰ ਖਾਮੋਸ਼ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਹਾਸ਼ੀਏ ਤੇ ਸੁੱਟ ਦਿੱਤਾ ਗਿਆ। ਉਹ ਭਾਵੇਂ ਜਾਤ ਕਰਕੇ ਹੈ, ਭਾਵੇਂ ਜਮਾਤ ਕਰਕੇ ਹੈ, ਭਾਵੇਂ ਲਿੰਗ ਕਰਕੇ ਹੈ, ਔਰ ਜਿਹੜੇ ਹਰ ਕਿਸਮ ਦਾ ਧੌਂਸ ਜਾਂ ਧੱਕਾ ਸਹਿਣ ਦੇ ਲਈ ਮਜਬੂਰ ਨੇ। ਔਰ ਇਹ ਲੋਕ ਜਿਹੜੇ ਹੈਗੇ ਨੇ ਗਰੇਵਾਲ ਸਾਹਿਬ ਦੇ ਪ੍ਰਤੱਖਣ ਦੇ ਵਿੱਚ, ਜਦੋਂ ਜੇ ਕਹਾਣੀ ਮਤਲਬ 1966 ਦੀ ਕਹਾਣੀ ਤੋਂ ਸ਼ੁਰੂ ਕਰੀਏ ਤਾਂ ਇਹ ਉਹਨਾਂ ਦੀ ਪਰਸੈਪਸ਼ਨ ਦੇ ਵਿੱਚ ਪਹਿਲੀ ਕਹਾਣੀ ਦੇ ਵਿੱਚ ਆ ਜਾਂਦੇ ਆ। ਆਜ਼ਾਦ ਲੋਕ ਦਾ ਪਾਤਰ ਜਿਹੜਾ ਹੈਗਾ ਉਹ ਹੈ ਜਿਹਦੀ ਆਵਾਜ਼ ਜਿਹੜੀ ਹੈਗੀ ਆ ਉਹ ਡਰਦੀ ਹੈ, ਗੁਆਚਦੀ ਹੈ, ਜੰਮਦੀ ਹੈ। ਇਹ ਤਿੰਨੋਂ ਸ਼ਬਦ ਜਿਹੜੇ ਮੈਂ ਡਰਦੀ ਹੈ, ਗੁਆਚਦੀ ਹੈ, ਜੰਮਦੀ ਹੈ, ਇਹ ਗਰੇਵਾਲ ਸਾਹਿਬ ਦੀ ਲਿਖਤ ਵਿੱਚੋਂ ਹੀ ਚੱਕੇ ਨੇ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ ਕਿ ਉਹ ਸਬਾਲਟਨ ਦੀ ਜਿਹੜੀ ਖਾਮੋਸ਼ੀ ਹੈਗੀ ਆ ਉਸ ਨੂੰ ਕਿਸ ਤਰ੍ਹਾਂ ਸਮਝਦੇ ਨੇ। ਦੂਜੇ ਪਾਸੇ ਜਿਹੜੀ ਧੌਂਸ ਹੈਗੀ ਹੈ, ਇੱਕ ਛੋਟਾ ਜਿਹਾ ਵਾਕ ਹੈ ਕਿ ਵੋਟ ਜਰਾ ਸੋਚ ਸਮਝ ਕੇ ਪਾਵੇ, ਇਹ ਸ਼ਬਦ ਹੈਗਾ, ਇਹੀ ਧੌਂਸ ਜਿਹੜੀ ਹੈਗੀ ਆ ਉਹ ਕਹਾਣੀ ਦੇ ਵਿੱਚ ਧਰਨਾ ਮਾਰ ਕੇ ਬੈਠ ਜਾਂਦੀ ਹੈ। ਕਹਾਣੀ ਵਿੱਚ ਨਹੀਂ, ਪਾਠਕ ਦੇ ਮਨ ਵਿੱਚ ਧਰਨਾ ਬੈਠਦੀ ਹੈ, ਔਰ ਪਹਿਲਾਂ ਪਾਤਰ ਦੇ ਮਨ ਵਿੱਚ ਬੈਠਦੀ ਹੈ ਔਰ ਫਿਰ ਉਸ ਤੋਂ ਬਾਅਦ ਪਾਠਕ ਦੇ ਮਨ ਵਿੱਚ ਬੈਠਦੀ ਹੈ। ਔਰ ਸਬਾਲਟਨ ਦੇ ਹਵਾਲੇ ਦੇ ਨਾਲ ਜਿਹੜੀ ਸਭ ਤੋਂ ਵੱਧ ਜ਼ੁਬਾਨ ਦਿੱਤੀ ਹੈਗੀ ਹੈ ਗਰੇਵਾਲ ਸਾਹਿਬ ਨੇ, ਉਹ ਔਰਤ ਨੂੰ ਦਿੱਤੀ ਹੈ। ਮੈਂ ਇੱਕ ਵੈਸੇ ਅੰਦਾਜ਼ਾ ਲਾਇਆ ਜਦੋਂ ਦੇਖਿਆ ਕਿ 28 ਦੇ ਵਿੱਚੋਂ 14 ਕਹਾਣੀਆਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਵਕਤਾ ਵੀ ਔਰਤ ਹੈ ਤੇ ਨਾਇਕ ਵੀ ਔਰਤ ਹੈ। 6 ਕਹਾਣੀਆਂ ਐਸੀਆਂ ਨੇ ਜਿਨ੍ਹਾਂ ਵਿੱਚ ਵਕਤਾ ਜਿਹੜਾ ਹੈਗਾ, ਨਰੇਟਰ ਜਿਹੜਾ ਹੈਗਾ ਉਹ ਮਰਦ ਹੈ, ਪਰ ਨਾਇਕ ਤਾਂ ਫਿਰ ਔਰਤ ਨੂੰ ਮਿਲਿਆ। ਸਿਰਫ 6 ਕਹਾਣੀਆਂ ਐਸੀਆਂ ਨੇ ਜਿਹਦੇ ਵਿੱਚ ਮਰਦ ਵਕਤਾ ਹੈਗਾ, ਔਰ ਉਹ ਬਹੁਤੀਆਂ ਜਿਹੜੀਆਂ ਹੈਗੀਆਂ ਨੇ ਉਹ ਪ੍ਰਵਾਸੀ ਜੀਵਨ ਦੇ ਨਾਲ ਸੰਬੰਧਿਤ ਨੇ।
ਔਰਤ ਦੀ ਆਵਾਜ਼ ਜਿਹੜੀ ਹੈਗੀ ਆ ਉਹ ਭਾਵੇਂ ਹਾਲਤਾਂ ਕਰਕੇ, ਸਥਿਤੀਆਂ ਕਰਕੇ, ਮੌਕੇ ਮਾਹੌਲ ਕਰਕੇ, ਭਾਵੇਂ ਉਹ ਬਿੰਸਦੀ ਹੈ, ਭਾਵੇਂ ਉਹ ਵਿਕਸਦੀ ਹੈ, ਪਰ ਗਰੇਵਾਲ ਦੀ ਕਹਾਣੀ ਦੇ ਵਿੱਚ ਉਹ ਆਪਣੀ ਆਵਾਜ਼ ਜਾਂ ਆਪਣਾ ਸੁਨੇਹਾ ਦਰਜ ਕਰਨ ਵਿੱਚ ਕਾਮਯਾਬ ਰਹਿੰਦੀ ਹੈ। ਕੁਝ ਕਹਾਣੀਆਂ ਜਿਨ੍ਹਾਂ ਬਾਰੇ ਸੰਕੇਤ ਵੀ ਆਏ ਕਿ ਜਿਵੇਂ ਮੂੰਹ ਕਲਾਵਾ ਹੈ, ਬਟੂ ਹੈ, ਝੂਠ ਹੈ, ਫੈਸਲਾ ਹੈ, ਇਹਨਾਂ ਬਾਰੇ ਇਹਨਾਂ ਦੇ ਕਹਾਣੀਆਂ ਦੇ ਕਿਰਦਾਰ ਜਾਂ ਇਹਨਾਂ ਦਾ ਜਿਹੜਾ ਪਿਆਰ ਹੈ ਉਹ ਵੀ ਆਦਰਸ਼ਕ ਜਾਪਦਾ ਹੈ। ਇਹ ਵੀ ਆਇਆ ਕਿ ਸ਼ਾਇਦ ਇਹ ਅਤੀਤ ਬਾਰੇ ਹੈਗਾ, ਯਾਦਾਂ ਵਿੱਚ ਚਿਮਟਿਆ ਹੋਇਆ, ਇਸ ਕਰਕੇ ਸ਼ਾਇਦ ਇਹਦਾ ਇੰਜ ਲੱਗਣਾ ਹੀ ਸੁਭਾਵਿਕ ਹੈ। ਪਰ ਜਿਹੜਾ ਕਹਾਣੀ ਦਾ ਕਥਾਨਕ ਹੈਗਾ ਉਹ ਇਹਦੀ ਜਿਵੇਂ ਲੈਜੀਟੀਮੇਸੀ ਬਣਾਉਂਦਾ ਹੈਗਾ, ਉਹ ਵੀ ਵਿਚਾਰਨ ਵਾਲੀ ਗੱਲ ਹੈ। ਘੱਟੋ ਘੱਟ 16 ਕਹਾਣੀਆਂ ਦੇ ਵਿੱਚ ਮੈਨੂੰ ਲੱਗਿਆ ਕਿ ਜਿਹੜਾ ਪਹਿਲੇ ਪਿਆਰ ਦੀ ਰੂੜੀ ਹੈ ਜਾਂ ਪਹਿਲੇ ਪਿਆਰ ਦੀ ਜਿਹੜੀ ਮਿੱਥ ਹੈਗੀ ਹੈ ਉਹ ਰਿਪੀਟ ਹੁੰਦੀ ਹੈ। ਇਹ ਕਿੰਨਾ ਜਾਂ ਉਹਦੀ ਤੀਸ ਰਿਵੀਲ ਹੁੰਦੀ ਹੈ ਜਾਂ ਉਹ ਪ੍ਰਾਪਤੀ ਵਜੋਂ ਰਿਵੀਲ ਹੁੰਦੀ ਹੈਗੀ ਆ ਜਾਂ ਜਿਸ ਤਰ੍ਹਾਂ ਵੀ ਹੋਵੇ, ਪਰ ਉਹ ਪਹਿਲਾ ਪਿਆਰ ਜਿਹੜਾ ਹੈਗਾ ਉਹ ਕਹਾਣੀਆਂ 'ਚ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਇੱਕ ਰੂੜੀ ਦੇ ਤੌਰ ਤੇ ਜਾਂ ਇੱਕ ਮਿੱਥ ਦੇ ਤੌਰ ਦੇ ਉੱਤੇ ਪਿਆ। ਹੁਣ ਜੇ ਇਸ ਗੱਲ ਨੂੰ ਅਸੀਂ ਫਿਲਾਸਫੀਕਲ ਪੱਖ ਤੋਂ ਦੇਖੀਏ ਤਾਂ ਔਰਤ ਮਰਦ ਦੇ ਰਿਸ਼ਤੇ ਵਿੱਚ ਜਿਹੜਾ ਸਭ ਤੋਂ ਵਧੇਰੇ ਸੁਭਾਵਿਕ ਰਿਸ਼ਤਾ ਹੈ, ਕਾਇਨਾਤੀ ਤੌਰ ਦੇ ਉੱਤੇ ਵੀ, ਪ੍ਰਕਿਰਤਿਕ ਤੌਰ ਤੇ ਵੀ ਜਾਂ ਕਹਿੰਦਾ ਸਮਾਜਿਕ ਤੌਰ ਤੇ ਵੀ, ਉਹ ਹੈ ਤਾਂ ਔਰਤ ਮਰਦ ਦਾ ਰਿਸ਼ਤਾ ਹੈ। ਪਰ ਇਹ ਰਿਸ਼ਤਾ ਜਦੋਂ ਇੱਕ ਚੇਤਨਾ ਦੂਜੀ ਚੇਤਨਾ ਦੇ ਉੱਤੇ ਹਮਲਾਵਰ ਹੁੰਦੀ ਹੈ ਤਾਂ ਉਹ ਦਰਜਾਬੰਦੀਆਂ ਵਿੱਚ ਬਦਲ ਜਾਂਦਾ ਹੈ। ਪਰ ਪਿਆਰ ਦਾ ਜਿਹੜਾ ਪਹਿਲਾ ਪ੍ਰਗਟਾਵਾ ਹੈ ਉਹਦੇ ਵਿੱਚ ਜਿਹੜੀ ਇੱਕ ਚੇਤਨਾ ਹੈਗੀ ਆ ਉਹ ਦੂਜੀ ਚੇਤਨਾ ਤੇ ਹਮਲਾਵਰ ਹੋਣ ਦੀ ਥਾਂ ਤੇ ਉਸਨੂੰ ਤਸਲੀਮ ਕਰਦੀ ਹੈ। ਇਸੇ ਕਰਕੇ ਇਹ ਜਿਹੜਾ ਇੰਨਾ ਸੁਭਾਵਿਕ ਤੇ ਇੰਨਾ ਚਿਰਜੀਵੀ ਰਿਸ਼ਤਾ ਹੁੰਦਾ, ਐਡਾ ਵੱਡਾ ਸਰਮਾਇਆ ਹੁੰਦਾ ਹੈ, ਕਿੱਡੇ ਵੱਡੇ ਪਲ ਦੇ ਤੌਰ ਤੇ ਕਿਸੇ ਦੀ ਜ਼ਿੰਦਗੀ ਵਿੱਚ ਠਹਿਰਦਾ, ਇਸ ਦਾ ਅਹਿਸਾਸ ਜਿਹੜਾ ਹੈਗਾ ਨਾ, ਇਹ ਗਰੇਵਾਲ ਹੋਣਾ ਦੀਆਂ ਕਹਾਣੀਆਂ ਨੇ ਬਹੁਤ ਖੂਬਸੂਰਤੀ ਦੇ ਨਾਲ ਚਿਰਜੀਵੀ ਰਿਸ਼ਤਾ ਹੁੰਦਾ, ਐਡਾ ਵੱਡਾ ਸਰਮਾਇਆ ਹੁੰਦਾ ਹੈ, ਕਿੱਡੇ ਵੱਡੇ ਪਲ ਦੇ ਤੌਰ ਤੇ ਕਿਸੇ ਦੀ ਜ਼ਿੰਦਗੀ ਵਿੱਚ ਠਹਿਰਦਾ, ਇਸ ਦਾ ਅਹਿਸਾਸ ਜਿਹੜਾ ਹੈਗਾ ਨਾ, ਇਹ ਗਰੇਵਾਲ ਹੋਣਾ ਦੀਆਂ ਕਹਾਣੀਆਂ ਨੇ ਬਹੁਤ ਖੂਬਸੂਰਤੀ ਦੇ ਨਾਲ ਰਜਿਸਟਰ ਕੀਤਾ ਹੈ। ਔਰ ਇਸ ਵੱਲ ਖਾਸ ਤੋਕੋਂ ਦੇਣੀ ਬਣਦੀ ਹੈਗੀ ਹੈ ਕਿ ਇਸ ਗੱਲ ਨੂੰ ਇਹਨਾਂ ਨੇ ਇੰਨੀ ਸੋਹਣੀ ਤਰ੍ਹਾਂ ਰਜਿਸਟਰ ਕੀਤਾ। ਗਰੇਵਾਲ ਸਾਹਿਬ ਦੀਆਂ ਕਹਾਣੀਆਂ ਦੇ ਵਿੱਚ ਜਿਹੜਾ ਕਿੰਨਾ ਹੈਗਾ ਪ੍ਰਵਾਸ ਤੇ ਅਨੁਭਵ ਦੀ ਜਿਹੜੀ ਦਖਲ ਅੰਦਾਜ਼ੀ ਹੈ, ਉਹਦੇ ਬਾਰੇ ਵੀ ਬਹੁਤ ਸੋਹਣੀ ਗੱਲ ਹੋਈ। 28 ਵਿੱਚੋਂ 17 ਕਹਾਣੀਆਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਪ੍ਰਵਾਸੀ ਬੰਦਾ ਹਾਜ਼ਰ ਰਹਿੰਦਾ ਹੈ। ਪ੍ਰਵਾਸੀ ਅਨੁਭਵ ਜਿਹੜਾ ਹੈਗਾ ਉਹ ਆਪਣੇ ਮੂਲ ਵਾਸ ਨਾਲ ਕਿਵੇਂ ਨਿਪਟਦਾ ਹੈ, ਮੇਜ਼ਬਾਨ ਮੁਲਕ ਦੇ ਵਿੱਚ ਉਹਦਾ ਘਰ ਪਰਿਵਾਰ ਕਿਹੋ ਜਿਹੀਆਂ ਚੁਣੌਤੀਆਂ ਵਿੱਚ ਆਉਂਦਾ, ਉਹਦੇ ਰਿਸ਼ਤੇ ਨਾਤੇ ਕਿਹੋ ਜਿਹੀਆਂ ਚੁਣੌਤੀਆਂ ਵਿੱਚ ਆਉਂਦੇ ਨੇ, ਇਹਦੀ ਗੱਲ ਜਿਹੜੀ ਹੈਗੀ ਆ ਉਹ ਕਹਾਣੀਆਂ ਦੇ ਹਵਾਲੇ ਦੇ ਨਾਲ ਹੋਈ। ਜੋ ਉਹ ਪ੍ਰਵਾਸੀ ਬੰਦਾ ਜਿਹੜਾ ਹੈਗਾ ਜੋ ਖੁੱਲੇ ਮਨ ਨਾਲ ਬਿਨਾਂ ਪ੍ਰੈਜੁਡਿਸ ਹੋਏ ਆਪਣੀਆਂ ਲੋਕੇਸ਼ਨਾਂ ਦੇ ਨਾਲ ਸੰਵਾਦ ਖੋਲੇ ਤਾਂ ਉਹ ਕਿਹੋ ਜਿਹਾ ਕੀ ਪਾਉਂਦਾ, ਕੀ ਗਾਉਂਦਾ, ਇਹਦੇ ਬਾਰੇ ਇਹਨਾਂ ਕਹਾਣੀਆਂ ਦੇ ਵਿੱਚ ਸਾਨੂੰ ਬਹੁਤ ਖੂਬਸੂਰਤ ਸੰਕੇਤ ਵੀ ਮਿਲਦੇ ਨੇ ਤੇ ਖੂਬਸੂਰਤ ਥੀਮ ਵੀ ਮਿਲਦੇ ਨੇ। ਔਰ ਇਹ ਜੋ ਵੈਸੇ ਪ੍ਰਵਾਸੀ ਸੰਵੇਦਨਾ ਦੇ ਇਹੀ ਨਿਹ ਝਰੋਖੇ ਨੇ ਜਿਨ੍ਹਾਂ ਦੇ ਵਿੱਚੋਂ ਬੜੀਆਂ ਜਾਨਦਾਰ ਕਹਾਣੀਆਂ ਸਿਰਜੀਆਂ ਵੀ ਗਈਆਂ ਨੇ, ਸਿਰਜੀਆਂ ਜਾ ਵੀ ਰਹੀਆਂ ਨੇ। ਮੈਨੂੰ ਕਹਿੰਦਾ ਇਸ ਪੱਖੋਂ ਜਿਹੜੀ ਹੈਗੀ ਹੈ ਗਰੇਵਾਲ ਹੋਣਾ ਦੀ ਖੂਬਸੂਰਤੀ ਇਹ ਗੱਲ ਲੱਗੀ ਕਿ ਉਹਨਾਂ ਦੇ ਖੁੱਲੇ ਮਨ ਦਾ ਜਾਂ ਉਹਨਾਂ ਦੇ ਸੰਵਾਦੀ ਮਨ ਦੀ ਇਹ ਪ੍ਰਾਪਤੀ ਹੈ ਕਿ ਉਹਨਾਂ ਨੇ 5 ਕਹਾਣੀਆਂ ਦਾ ਨਾਇਕਤਵ ਜਿਹੜਾ ਹੈਗਾ ਉਹ ਪ੍ਰਵਾਸੀ ਬੰਦੇ ਨੂੰ ਦਿੱਤਾ, ਪ੍ਰਵਾਸੀ ਨਹੀਂ ਉੱਥੋਂ ਦੇ ਮੇਜ਼ਬਾਨ ਮੁਲਕ ਦੇ ਵਿਦੇਸ਼ੀ ਪਾਤਰਾਂ ਨੂੰ ਦਿੱਤਾ। ਇਹ ਉਹ ਕਹਾਣੀਆਂ ਨੇ ਜਿਹੜੀਆਂ ਸਾਡੀ ਕਹਿੰਦਾ ਮਤਲਬ ਭਾਵੇਂ ਕਾਲਿਆਂ ਬਾਰੇ ਹੋਵੇ ਭਾਵੇਂ ਗੋਰੀਆਂ ਬਾਰੇ ਹੋਵੇ, ਜਿਹੜੀ ਸਾਡੀ ਇੱਕ ਪੱਖੀ ਅੰਤਮ ਪੱਖੀ ਰਾਏ ਸੀਗੀ ਉਸ ਨੂੰ ਬਦਲ ਦਿੰਦੀਆਂ ਨੇ। ਔਰ ਜਿਹੜਾ ਹੈਗਾ ਇਹ ਇਹਨਾਂ ਦੀ ਜਿਹੜੀ ਕਹਿੰਦਾ ਮਤਲਬ ਇਹਨਾਂ ਦੇ ਨਾਲ ਜਦੋਂ ਰੱਖ ਕੇ ਅਸੀਂ ਆਪਣੇ ਆਪ ਨੂੰ ਦੇਖਦੇ ਹੈਗੇ ਆ ਤਾਂ ਅਸੀਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ। ਆਪਣੇ ਇੱਕ ਛੋਟਾ ਜਿਹਾ ਮੈਟਾਫਰ ਜਿਹੜਾ ਹੈਗਾ ਉਹ ਬਹੁਤ ਕਹਿੰਦਾ ਮਤਲਬ ਹੈਗਾ ਕਿ ਇਹ ਕਹਾਣੀਆਂ ਸਾਨੂੰ ਛੋਟੇ ਹੋਣ ਦੀ ਥਾਂ ਤੇ ਵੱਡੇ ਹੋਣ ਲਈ ਪ੍ਰੇਰਦੀਆਂ ਨੇ। ਔਰ ਜਿਹੜਾ ਕਹਿੰਦਾ ਜਦੋਂ ਤੁਸੀਂ ਜੇ ਪਾਤਰਾਂ ਦਾ ਵਿਊ ਪੁਆਇੰਟ ਬਦਲਦਾ ਤਾਂ ਸਮਝੋ ਕਿ ਜੇ ਉਹਦੇ ਵਿੱਚ ਇਹ ਸਮਰੱਥਾ ਹੈਗੀ ਹੈ, ਜੇ ਉਹਦਾ ਪ੍ਰਭਾਵ ਹੈਗਾ ਤਾਂ ਉਹ ਪਾਠਕ ਦਾ ਵਿਊ ਪੁਆਇੰਟ ਵੀ ਬਦਲੇਗਾ। ਇਹ ਇਹਨਾਂ ਕਹਾਣੀਆਂ ਦਾ ਪ੍ਰਭਾਵ ਹੈ ਔਰ ਚਿਰੰਜੀਵੀ ਪ੍ਰਭਾਵ ਹੈ। ਇਹ ਇਸੇ ਵਿੱਚ ਹੀ ਕਹਾਣੀ ਵਿਧਾ ਦੀ ਜਿਹੜੀ ਕਹਿੰਦਾ ਫਿਲਾਸਫੀ ਹੈ ਜਾਂ ਕਹਾਣੀ ਵਿਧਾ ਦਾ ਜਿਹੜਾ ਪੋਟੈਂਸ਼ੀਅਲ ਹੈ ਉਹ ਹੀ ਹੈਗਾ ਕਿ ਪਾਤਰ ਦੀ ਤਬਦੀਲੀ ਜਾਂ ਪਾਤਰ ਦੀ ਮਾਨਸਿਕ ਤਬਦੀਲੀ ਜਿਹੜੀ ਹੈਗੀ ਹੈ ਉਹ ਪਾਠਕ ਦੇ
ਮਾਨਸਿਕ ਤਬਦੀਲੀ ਦੇ ਵਿੱਚ ਟ੍ਰਾਂਸਲੇਟ ਹੋਵੇ ਜਾਂ ਉਹਦੇ ਵਿੱਚ ਬਦਲੇ, ਤਾਂ ਉਹ ਕਹਾਣੀ ਜਿਹੜੀ ਹੈਗੀ ਆ ਉਸ ਨੂੰ ਅਸੀਂ ਸਮਝਾਂਗੇ ਕਿ ਉਹ ਤਾਕਤਵਰ ਕਹਾਣੀ ਹੈ ਜਾਂ ਉਹਦੇ ਵਿੱਚ ਸਮਰੱਥਾ ਹੈ। ਮੈਨੂੰ ਲੱਗਦਾ ਕਿ ਟਾਈਮ ਤੋਂ ਮੈਂ ਅੱਗੇ ਲੰਘੀ ਹੈਗੀ ਹਾਂ, ਮੈਂ ਆਪਣੀ ਗੱਲ ਖਤਮ ਕਰਨਾ ਚਾਹਾਂਗੀ। ਇੱਕੋ ਵਾਕ ਦੇ ਵਿੱਚ ਜੇ ਆਪਾਂ ਗਰੇਵਾਲ ਸਾਹਿਬ ਦੀ ਕਹਾਣੀ ਨੂੰ ਜੇ ਮੈਨੂੰ ਕਿਹਾ ਜਾਵੇ ਵੀ ਇੱਕ ਵਾਕ ਦੇ ਵਿੱਚ ਦੱਸੋ ਕਿ ਇਹ ਕਹਾਣੀਆਂ ਕੀ ਨੇ, ਤਾਂ ਮੈਂ ਸਮਝਦੀ ਹੈਗੀ ਹਾਂ ਕਿ ਇਹ ਗਰੇਵਾਲ ਸਾਹਿਬ ਦੀਆਂ ਕਹਾਣੀਆਂ ਸਾਨੂੰ ਇਮੋਸ਼ਨਲੀ ਐਨਰਿਚ ਕਰਦੀਆਂ ਨੇ, ਜਜ਼ਬਾਤੀ ਤੌਰ ਤੇ ਅਮੀਰ ਕਰਦੀਆਂ ਨੇ, ਸੰਵੇਦਨਾ ਦੀ ਪੱਧਰ ਦੇ ਉੱਤੇ ਸਾਨੂੰ ਸਮਰਿੱਧ ਕਰਦੀਆਂ ਨੇ। ਇਹ ਇਹਨਾਂ ਦੀ ਕਹਾਣੀਆਂ ਦੀ ਬਹੁਤ ਵੱਡੀ ਪ੍ਰਾਪਤੀ ਹੈ। ਮੈਂ ਇੱਕ ਵਾਰ ਫੇਰ ਪਰਮਿੰਦਰ ਹੋਣਾ ਦਾ, ਰੰਧਾਵਾ ਸਾਹਿਬ ਦੇ ਸ਼ੁਕਰਗੁਜ਼ਾਰ ਹੈਗੀ ਹਾਂ ਕਿ ਉਹਨਾਂ ਨੇ ਮੈਨੂੰ ਇੰਨੀ ਸੋਹਣੀ ਗੋਸ਼ਟੀ ਦੇ ਵਿੱਚ ਸੁਣਨ ਦਾ, ਬੋਲਣ ਦਾ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਡਾਕਟਰ ਧਨਵੰਤ ਕੌਰ ਮੈਡਮ, ਤੁਸੀਂ ਬੜੇ ਖੂਬਸੂਰਤ ਸ਼ਬਦਾਂ ਨਾਲ ਜਿਹੜੀ ਇਹ ਪ੍ਰਧਾਨਗੀ ਦੀ ਰਸਮ ਹੈ ਉਹ ਅਦਾ ਕੀਤੀ। ਔਰ ਖਾਸ ਗੱਲ ਇਹ ਕਿ ਸਾਡੀ ਇਹ ਜਿਹੜੀ ਗੋਸ਼ਟੀ ਹੈ, ਜੋ ਵਿਚਾਰ ਚਰਚਾ ਹੈ, ਉਹ ਪੂਰੇ 3 ਘੰਟੇ ਚੱਲ ਚੁੱਕੀ ਹੈ। ਔਰ ਮੈਂ ਇਸ ਲਈ ਇੱਕ ਗੱਲ ਕਹਿਣੀ ਚਾਹੂੰਗਾ ਕਿ ਇਹ ਜੋ ਅਕਾਦਮਿਕ ਮਸਲੇ ਇਕੱਤਰ ਕੀਤੇ ਗਏ ਨੇ, ਇਹ ਡਾਕਟਰ ਐਚ.ਐਸ. ਰੰਧਾਵਾ ਵੱਲੋਂ ਕੀਤੇ ਗਏ ਨੇ। ਅਸੀਂ ਤਾਂ ਸਿਰਫ ਇੱਕ ਆਨਲਾਈਨ ਧਾਗਾ ਪਾਇਆ ਜਿਹਦੇ ਖੂਬਸੂਰਤ ਮਾਲਾ ਬਣੀ ਹੈ। ਔਰ ਜਿੰਨੇ ਵੀ ਮਣਕੇ ਅਕਾਦਮਿਕ ਮਣਕੇ ਇਸ ਗੋਸ਼ਟੀ ਵਿੱਚ ਸ਼ਾਮਿਲ ਹੋਏ ਨੇ, ਉਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਹਾਰਦਿਕ ਸ਼ੁਕਰੀਆ ਅਦਾ ਕਰਦੇ ਹਾਂ।